संत ज्ञानी जरनैल सिंह नाल तुलना करनी जां शहीद कौम कौमी शब्द वरतने, मैं इहदे नाल बिल्कुल सहमत नहीं हाँ। संत जरनैल सिंह वर्गा ना कोई जम्मिया है ते ना कोई जमना है। दो क बंदे आ जाण लत्तां कंबण लग जांदियां। दीप सिद्धू ਨੂੰ ਫਿਰ ਸ਼ਹੀਦ ਮੰਨਿਆ ਜਾਵੇ ਕਿ ਨਾ ਮੰਨਿਆ ਜਾਵੇ, ਦੀਵਾਨ ਟੋਡਰਮਲ ਜੀ ਦੇ ਹਾਲ ਤੋਂ ਐਲਾਨ ਹੋਇਆ। नहीं भाई साहब, शहीद शब्द नूं जिथे किथे मर्जी नहीं तुसीं फिट कर सकते। शहीद एक वखरी वो सूरा सो पहचानीए जिहड़ी वो कहानी है वो एक वखरी है। हुण वो मुरदार दी भी आग्या देती, हुण अजे होर गुरुद्वारे भी बनन वाले आ। एक वो गुरुद्वारे होणगे जिथे झटके दी मनाही होऊ, एक वो होऊ जिथे बकर मंडी खुली होया करूगी। सिखां च एक होर वर्ण वंड खड़ी इन्हां लोकां ने कर दित्ती है। और GST गुरुद्वारे ते इन्हां ने लवाइयां ने, इतिहास इन्हां ने बदलिया आ। अतवादी वखवादी गुरु साहबां नूं इन्हां दीयां किताबां च लिखिया आ। सिख रहत मर्यादा दीयां धज्जियां इन्हां उडाइयां ने। सौदे साधां नूं माफियां काल तख्त ते इन्हां दित्तियां ने। फिर जदों ये लाना बादल का इत्थे आके कहंदा जी इंदिरा गांधी ने तय कराता, इंदिरा गांधी ने तय कीता तुसीं कराया, उदों ये कथा इतिहास दी हुंदी है। ते जदों इन्हां दे कथावाचक मंजी साहब बह के साडियां गल्लां करदे ने, उन्हां नूं असीं दिस रहे हां, उन्हां नूं इतिहास क्यों नहीं दिसदा? फिर सच्चाई दी गल करन उत्थे। सो श्रोमणी गुरुद्वारा प्रबंधक कमेटी है सारा समੁੱਚਾ अमला, हुक्म आउंदा भी है, हुक्म वजाउंदे भी ने, लागू भी करते हैं सारा। फिर अमला ही नरैणू मत दी जे कह लीए, तुसीं कहंदे हो उहदे नाल कंपेयर करदे हो, सारे सेम ही ने। वीर जी, जेड़ा बंदा नरैणू सोच की गुलामी करदा वो नरैणू ही गिणिया जाना। सोच नरैणू चल रही है, ओदी गुलामी करी जानी। एक नौकरी की खातर गुरु वेचदा यार, वो कह रहा मैं बड़ा सच्चा है पर मैं गुरु लिए बोल नहीं सकता। इहो जी सच्चाई नूं तुसीं रगड़ के गोडे ते लाउणा है। इन्हां दे नाल तुरन वाले भी उस तरह दे ही ने। जदों धार्मिकता की गल आई उदों पग बन ली, जदों राजनीति की आई उदों भंगड़े पाले कोट पैंटां पा के, उदों खुसरे बन गए। ਤੇ ਤੁਸੀਂ ਉਹ 98 ਸਾਲ ਦਾ ਬਜ਼ੁਰਗ ਹੈ ਪ੍ਰਕਾਸ਼ ਸਿੰਘ ਬਾਦਲ, ਉਹਦਾ ਰੋਣਾ ਲੈ ਕੇ ਬਹਿ ਜਾਂਦੇ ਹੋ, ਜਿਹੜਾ ਖੁਦ ਆਪਣੇ ਆਪ ਤੇ ਪਛਤਾਉਂਦਾ ਹੋਣਾ ਕਿ ਇੰਨਾ ਸਮਾਂ ਜਿਹੜਾ ਆ ਸਿੱਖ ਕੌਮ ਨਾਲ ਘਾਣ ਕੀਤਾ। ਸਾਨੂੰ ਗੁਰਬਾਣੀ ਦਾ ਪ੍ਰਚਾਰ ਚਾਹੀਦਾ ਹੈ, ਸਿੱਖ ਇਤਿਹਾਸ ਦੀ ਕਥਾ ਚਾਹੀਦੀ ਹੈ, ਨਾ ਕਿ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ, ਇਹਨਾਂ ਦੀ ਇਲਜ਼ਾਮ ਸਾਜੀ ਜਾਂ ਦੂਸ਼ਣਬਾਜ਼ੀ ਚਾਹੀਦੀ। ਉਹਦੇ ਲਈ ਜ਼ਿੰਮੇਵਾਰ ਬਾਦਲ ਹੈ ਤੇ ਉਹਦਾ ਨਾਂ ਲਿਆ ਜਾਂਦਾ ਹੈ। ਇਤਿਹਾਸ ਵਿੱਚ ਵੀ ਲਿਆ ਜਾਣਾ। ਕਿੱਥੋਂ ਕਿੱਥੋਂ ਖਤਮ ਕਰੋਗੇ ਤੁਸੀਂ? ਜੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜਾਂਦਾ ਹੈ ਤੇ ਔਰੰਗਜ਼ੇਬ ਵੀ ਲਿਖਿਆ ਜਾਣਾ। ਸਰਖਾਬ ਤੇ ਰਹਿਮਤ TV ਦੇਖ ਰਹੇ ਹੋ ਦੋਸਤੋ ਤੁਸੀਂ। ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਟ। ਇਸ ਵੇਲੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਹਾਂ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਿਰਾਸਤੀ ਮਾਰਗ ਦੇ ਉੱਪਰ ਗੱਲਬਾਤ ਕਰਨ ਲਈ ਅੱਜ ਪਹੁੰਚੇ ਹਾਂ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ। ਸੋ ਪਿਛਲੇ 14-15 ਮਹੀਨੇ ਤੋਂ ਮੋਰਚਾ ਲਗਾ ਕੇ ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ 328 ਸਰੂਪ ਲਾਪਤਾ ਦੱਸੇ ਜਾ ਰਹੇ ਨੇ, ਉਹਨਾਂ ਦਾ ਇਨਸਾਫ ਲੈਣ ਵਾਸਤੇ ਬਾਹਰ ਚੌਂਕ ਦੇ ਵਿੱਚ ਇਹਨਾਂ ਨੇ ਧਰਨਾ ਜਮਾਇਆ। ਗੱਲਬਾਤ ਕਰਕੇ ਜਾਣਦੇ ਹਾਂ ਕਿ ਇਸ ਵੇਲੇ ਕਿਵੇਂ ਦੀ ਸਥਿਤੀ ਹੈ। ਭਾਈ ਸਾਹਿਬ ਸਵਾਗਤ ਹੈ ਪਹਿਲਾਂ ਸਾਡੇ ਨਾਲ ਜੁੜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮੈਂ ਸਟਾਰਟ ਹੀ ਇੱਥੋਂ ਕਰਨਾ ਚਾਹੁੰਦਾ ਕਿ 328 ਸਰੂਪ ਅਕਸਰ ਗਏ ਕਿੱਥੇ ਆ? ਇੰਨਾ ਲੰਮਾ ਸਮਾਂ ਸੰਘਰਸ਼ ਦੇ ਵਿੱਚ ਪਏ ਹੋ, ਕੁਝ ਨਿਕਲ ਦੀ ਆਸ ਲੱਗਦੀ ਹੈ ਕਿ ਪਹੁੰਚ ਜਾਵਾਂਗੇ ਉੱਥੋਂ ਤੱਕ। 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਬਾਦਲ ਕਿਆ ਨੇ ਕਿੱਥੇ ਚੋਰੀ ਕਰਵਾਏ, ਕਿਉਂ ਕਰਵਾਏ, ਇਹੀ ਜਾਣਨ ਵਾਸਤੇ ਤੇ ਪਿਛਲੇ ਅਸੀਂ 16 ਮਹੀਨਿਆਂ ਤੋਂ ਬੈਠੇ ਹਾਂ। ਅੱਜ 17ਵੇਂ ਮਹੀਨੇ ਦੀ ਆਰੰਭਤਾ ਹੈ, 4 ਤਰੀਕ ਹੈ। ਅੱਜ 17ਵਾਂ ਮਹੀਨਾ ਜਿਹੜਾ ਸੀ 16 ਦਾ ਅੰਕੜਾ ਪਾਰ ਕਰਕੇ 17 ਵਿੱਚ ਪ੍ਰਵੇਸ਼ ਕਰ ਗਏ ਹਾਂ। ਜਾਣਨ ਵਾਸਤੇ ਬੈਠੇ ਹਾਂ ਕਿ ਉਹ ਸਰੂਪ ਕਿੱਥੇ ਨੇ, ਕਿਉਂ ਦਿੱਤੇ ਨੇ। ਔਰ 328 ਸਰੂਪ ਦੱਸ ਰਹੇ ਹੋ ਪਰ ਗਿਣਤੀ ਬਹੁਤ ਜ਼ਿਆਦਾ ਆ। ਉਹ ਇਹ ਖਿੱਦੋ ਅੱਗੇ ਜਾ ਕੇ ਖਿਲਰਨਾ ਕਿ ਕੀ ਕੁਛ ਉਹਦੇ ਵਿੱਚ ਹੋਰ ਹੈਗਾ। ਔਰ ਇਸ ਸੱਚਾਈ ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਹੁਣ ਤੱਕ ਚੰਗਾ ਰੋਲ ਅਦਾ ਕੀਤਾ ਹੈ ਕਿ ਇਹ ਨਾ ਹੀ ਸੱਚ ਸਾਹਮਣੇ ਆਵੇ। ਹਾਈ ਕੋਰਟ ਦੇ ਵਿੱਚ ਹੁਣ ਸੁਣਵਾਈ ਅਧੀਨ ਕੇਸ ਹੈ। ਆਉਣ ਵਾਲੇ ਦਿਨਾਂ 'ਚੋਂ ਸਾਹਮਣੇ ਕੀ ਆਉਂਦੇ ਨੇ ਤੱਥ ਤੇ ਕੀ ਫੈਸਲਾ ਆਉਂਦਾ ਹੈ। ਹਾਈ ਕੋਰਟ ਨੇ ਹੁਣ ਇਨਸਾਫ ਕਰਕੇ ਉੱਥੇ ਸੱਚ 'ਤੇ ਮੋਹਰ ਲਾਉਣੀ ਹੈ ਜਾਂ ਬੇਇਨਸਾਫੀ 'ਤੇ ਲਾਉਣੀ ਹੈ, ਇਹ ਆਉਣ ਵਾਲੇ ਦਿਨਾਂ 'ਚ ਵੇਖਿਆ ਜਾਊਗਾ।
ਤੇ 17 ਮਹੀਨਿਆਂ ਤੋਂ ਇਹ ਜਾਣਨ ਲਈ ਹੀ ਬੈਠੇ ਹੋਏ। ਸੋ ਭਾਈ ਸਾਹਿਬ, ਪ੍ਰਚਾਰ ਕਰਨ ਲਈ ਨਿਕਲਦੇ ਹੋ ਤੁਸੀਂ ਸਿੱਖੀ ਦਾ, ਸ਼੍ਰੋਮਣੀ ਕਮੇਟੀ ਤੇ ਸਵਾਲ ਖੜੇ ਕਰਦੇ ਹੋ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੁਤਾਹੀ ਕਰਦੇ ਪਏ ਨੇ, ਨਰੈਣੂ ਮਹੰਤਕ ਦਾ ਦਰਜਾ ਦੇ ਦਿੰਦੇ ਹੋ, ਪਰ ਲੋਕ ਜਦੋਂ ਤੁਸੀਂ ਜਾਂਦੇ ਹੋ ਹੱਥਾਂ 'ਚ ਵੱਟਾ ਫੜ ਲੈਂਦੇ ਆ ਕਿ ਤੁਸੀਂ ਗਲਤ ਬਿਆਨਬਾਜ਼ੀ ਕਰਦੇ ਹੋ। ਕੀ ਮਹਿਸੂਸ ਕਰਦੇ ਹੋ? ਤੁਸੀਂ ਇਹ ਵੀ ਕਿਹਾ ਕਿ ਮੈਨੂੰ ਸੰਤੁਸ਼ਟੀ ਹੈ ਆਪਣੇ ਕੰਮ ਜਿਹੜਾ ਕਾਰਜਕਾਲ ਚੱਲਦਾ ਪਿਆ। ਦੇਖੋ ਜੀ, ਗੁਰੂ ਨਾਨਕ ਸਾਹਿਬ ਨੂੰ ਵੀ ਵੱਟੇ ਮਾਰੇ, ਰੋੜੇ ਮਾਰੇ, ਭੂਤਨਾ ਬਿਤਾਲਾ ਆਖਿਆ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਭਲੇ ਲਈ ਆਵਾਜ਼ ਦੇ ਰਹੇ ਨੇ, ਬੇਸ਼ੱਕ ਸਮੇਂ ਦੇ ਹਾਕਮਾਂ ਨੂੰ, ਸਮੇਂ ਦੇ ਅਖੌਤੀ ਧਾਰਮਿਕ ਆਗੂਆਂ ਨੂੰ, ਸਮੇਂ ਦੇ ਸਮਾਜਿਕ ਜਾਤ ਅਭਿਮਾਨੀਆਂ ਨੂੰ, ਸਮੇਂ ਦੇ ਰਿਸ਼ਵਤ ਖੋਰਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗੀਆਂ, ਪਰ ਬਾਬੇ ਨੇ ਉਹ ਸੱਚ ਦੀ ਪਟਾਰੀ ਬੰਦ ਨਹੀਂ ਕੀਤੀ, ਖੋਲ੍ਹ ਕੇ ਰੱਖੀ। ਉਸ ਖੋਲ੍ਹ ਕੇ ਰੱਖੀ ਹੋਈ ਪਟਾਰੀ ਨੇ ਝੂਠ ਦੀਆਂ ਦੁਕਾਨਾਂ ਤੇ ਇੱਕ ਦਿਨ ਬੰਦ ਕਰਵਾ ਦਿੱਤੀਆਂ। ਜਿਹੜੇ ਝੂਠ ਦੇ ਥੱਲੇ ਦੱਬੇ ਹੋਏ ਲੋਕ ਸਨ, ਉਹਨਾਂ ਦੇ ਵਿੱਚੋਂ ਫਿਰ ਕਦੇ ਭਾਈ ਮਰਦਾਨੇ ਤੇ ਕਦੇ ਬਾਬੇ ਲਹਿਣੇ ਗੁਰੂ ਅੰਗਦ ਦੇਵ ਤੇ ਕਦੇ ਬਾਬਾ ਬੰਦਾ ਸਿੰਘ ਬਹਾਦਰ ਪੈਦਾ ਹੋਏ। ਅਸੀਂ ਉਹਨਾਂ ਦੇ ਵਾਰਸਾਂ। ਇਹਨਾਂ ਦੇ ਰੋੜਿਆਂ ਇੱਟਿਆਂ ਦੀ ਪਰਵਾਹ ਕੌਣ ਕਰਦਾ ਹੈ? ਬਾਦਲਕਿਆਂ ਨੇ ਗੋਲੀਆਂ ਮਰਵਾ ਕੇ ਵੇਖ ਲਈਆਂ, ਅਕਾਲ ਤਖਤ ਸਾਹਿਬ ਨੂੰ ਠੁੱਡ ਮਾਰ ਕੇ ਵੇਖ ਲੈ, ਜਥੇਦਾਰਾਂ ਨੂੰ ਗਲਾਂ ਤੋਂ ਫੜ ਕੰਧਾਂ ਨਾਲ ਮਾਰ ਕੇ ਵੇਖ ਲਿਆ, ਇੱਥੋਂ ਤੱਕ ਗੁਰੂ ਸਾਹਿਬ ਜੀ ਦੇ ਨਰਾਦਰ ਕਰਵਾ ਕੇ ਵੇਖ ਲੈ, ਸਿੱਖ ਬੱਚਿਆਂ ਦੇ ਤਸ਼ੱਦਦ ਕਰਵਾ ਕੇ ਵੇਖ ਲੈ। ਇਹ ਸੱਚ ਦੀ ਆਵਾਜ਼ ਨੂੰ ਜੇ ਔਰੰਗੇ ਬੰਦ ਨਹੀਂ ਕਰ ਸਕੇ ਤੇ ਇਹ ਕਿੱਥੋਂ ਕਰ ਲੈਣਗੇ? ਇਸ ਲਈ ਲੋਕ ਇਹ ਵੀ ਸਵਾਲ ਕਰਦੇ ਆ ਕਿ ਨਰੈਣੂ ਮਹੰਤਾਂ ਦਾ ਜਿਹੜਾ ਆਪਾਂ ਇਹਨਾਂ ਦਾ ਦਰਜਾ ਦਿੰਦੇ ਉਹਨਾਂ ਨਾਲ ਕੰਪੇਅਰ ਕਰਦੇ ਆ ਜੀ, ਉਹਨਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਢਾਹ ਲਾਈ ਸੀ, ਗੁਰਦੁਆਰੇ ਢਾਏ, ਕਬਜ਼ੇ ਕੀਤੇ, ਉੱਥੇ ਮਨਮਤ ਚਲਾਈ। ਇਹ ਤਾਂ ਫਿਰ ਵੀ ਸਿੱਖੀ ਦਾ ਪ੍ਰਚਾਰ ਕਰਦੇ ਆ, ਕਿਉਂਕਿ 1 ਲੱਖ ਤੋਂ ਵੱਧ ਕਹਿੰਦੇ ਸੰਗਤ ਜਿਹੜੀ ਆ ਉਹ ਦਰਸ਼ਨ ਕਰ ਲਈ ਗੁਰੂ ਮਹਾਰਾਜ ਦੇ ਆਉਂਦੀ, ਦਰਸ਼ਨ ਕਰਕੇ ਵਾਪਸ ਮੁੜ ਜਾਂਦੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਆ। ਤੁਹਾਨੂੰ ਕਿਉਂ ਇਤਰਾਜ਼ ਆ? ਨਰੈਣੂ ਮਹੰਤ ਨਾਲ ਕੰਪੇਅਰ ਕਿਉਂ ਨਹੀਂ? 1 ਲੱਖ ਸੰਗਤ ਨੂੰ ਇਤਰਾਜ਼ ਹੈ। ਫਸੇ ਹੋਏ ਨੇ, ਇਲੈਕਸ਼ਨ ਸਿਸਟਮ ਨੇ ਸਾਨੂੰ ਉਲਝਾਇਆ ਹੋਇਆ ਆ, ਔਰ ਇਹ ਤਾਂ ਗੁਰਦੁਆਰੇ ਦੀਆਂ ਚੋਣਾਂ 'ਚ ਪਤਾ ਲੱਗ ਜਾਊ ਕਿ ਉਹ ਕਿੰਨੇ ਕਿਹਨਾਂ ਦੇ ਨਾਲ ਨੇ ਤੇ ਕਿੰਨੇ ਕੁ ਵੱਖਰੇ ਨੇ। ਔਰ ਜਿੱਥੋਂ ਤੱਕ ਨਰੈਣੂ ਮਹੰਤਾਂ ਦਾ ਕਬਜ਼ਾ ਦਰਜਾ ਅਸੀਂ ਇਹਨਾਂ ਨੂੰ ਦਿੰਦੇ ਹਾਂ, ਜਾਂ ਅਸੀਂ ਇਹਨਾਂ ਨੂੰ ਨੀਚ ਕਿਸਮ ਦੇ ਰਾਜਨੀਤਿਕ ਵੀ ਆਖਦੇ ਹਾਂ, ਕਈ ਕੁਝ ਸ਼ਬਦ ਵਰਤੇ ਜਾਂਦੇ ਆ। ਨਰੈਣੂ ਮਹੰਤ ਦੀ ਰੂਹ ਵੀ ਅੱਜ ਆਖਦੀ ਹੋਣੀ, ਯਾਰ ਮੇਰੀ ਤੁਲਨਾ ਇਹਨਾਂ ਬੰਦਿਆਂ ਨਾਲ ਨਾ ਕਰੋ, ਇਹ ਤੇ ਮੇਰੇ ਤੋਂ ਵੀ ਗਰਕ ਚੁੱਕੇ ਨੇ, ਕਿਉਂਕਿ ਉਹਨੇ ਗਲਤੀਆਂ ਕੀਤੀਆਂ। ਸਿੱਖ ਵਿਰੋਧੀ ਤਾਕਤਾਂ ਦੀ ਕੱਠ ਪੁਤਲੀ ਬਣ ਕੇ, ਸਰਕਾਰਾਂ ਦੇ ਹੱਥ ਠੋਕੇ ਬਣ ਕੇ, ਔਰ ਜਿਹੜੇ ਇਹਨਾਂ ਗੁਨਾਹ ਕੀਤੇ ਨੇ ਇਹ ਤਾਂ ਫਕਰੇ ਕੌਮ ਬਣ ਕੇ ਕਰ ਰਹੇ ਨਾ। ਨਰੈਣੂ ਮਹੰਤ ਨੇ ਕਿਰਪਾਨ ਨਹੀਂ ਪਾਈ, ਨਰੈਣੂ ਮਹੰਤ ਨੇ ਅੰਮ੍ਰਿਤ ਨਹੀਂ ਛਕਿਆ, ਨਰੈਣੂ ਮਹੰਤ ਨੇ ਆਪਣੇ ਆਪ ਨੂੰ ਸਿੱਖ ਘੋਸ਼ਿਤ ਨਹੀਂ ਕੀਤਾ, ਫਕਰੇ ਕੌਮ। ਇਹਨਾਂ ਸਾਰਾ ਕੁਛ ਕਰਨ ਤੋਂ ਬਾਅਦ ਗੁਰਦੁਆਰਿਆਂ ਦੇ ਵਿੱਚ ਇੰਨਾ ਕੁ ਖੱਲਰ ਪਾਇਆ ਕਿ ਸਾਡੀ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਸਾਬਤ ਸੂਰਤ ਦਸਤਾਰ ਸਿਰਾ ਇਹਨਾਂ ਨੇ ਕਿਹੜਾ ਦਿਨ ਛੱਡਿਆ ਜੀ ਜਿੱਥੇ ਸਿੱਖਾਂ ਦੀਆਂ ਪੱਗਾਂ ਨਾ ਲਾਈਆਂ ਹੋਣ, ਗਾਲੀ ਗਲੋਚ ਨਾ ਕੀਤਾ ਹੋਵੇ, ਕੁੱਟਮਾਰ ਨਾ ਕੀਤੀ ਹੋਵੇ, ਲੱਤਾਂ ਬਾਹਾਂ ਨਾ ਤੋੜੀਆਂ ਹੋਣ। 328 ਸਰੂਪਾਂ ਨੂੰ ਲੈ ਕੇ ਜਿਹੜੇ ਬੈਠੇ ਸੀ ਉਹਨਾਂ ਦਾ ਹਸ਼ਰ ਵੀ ਉਹੀ ਕੀਤਾ। ਨੰਬਰ 2, ਨਸ਼ਿਆਂ ਤੋਂ ਵਰਜਿਆ ਜਾਂਦਾ ਹੈ। ਚਿੱਟੇ ਪੀਣ ਵਾਲੇ ਅਜੇ ਵੀ ਦਰਬਾਰ ਸਾਹਿਬ 'ਚ ਤੁਰੇ ਫਿਰਦੇ ਆ, ਔਰ ਨਸ਼ਾ ਛਡਾਊ ਕੇਂਦਰਾਂ ਵਿੱਚ ਵੀ ਬੈਠੇ ਹੋਏ ਆ ਜਾ ਕੇ। ਨਰੈਣੂ ਮਹੰਤ ਤੋਂ ਵੱਧ ਕੇ ਗੱਲ ਚਲੀ ਗਈ। ਤੀਸਰੀ ਗੱਲ ਆ ਗਈ ਜੀ ਪਰਗਮਨ। ਧੀ ਮਾਰਨ ਵਾਲੇ, ਭੈਣਾਂ ਨਾਲ ਫਰੇਬ ਕਰਨ ਵਾਲੇ, ਪਤਨੀ ਨੂੰ ਤਲਾਕ ਦੇਣ ਵਾਲੇ, ਮਾਂ ਨੂੰ ਰੋਲਣ ਵਾਲੇ, ਜਦੋਂ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਸਿੱਖ ਨਹੀਂ, ਇਹਨਾਂ ਉਹ ਵੀ ਰੱਖੇ ਹੋਏ ਆ ਔਰ ਉਹੀ ਸਭ ਕੁਝ ਕਰਦੇ ਕਰਾਉਂਦੇ। ਚੌਥੀ ਗੱਲ ਉੱਥੇ ਮੁਰਦਾਰ ਦੀ ਆ ਗਈ। ਰਿਸ਼ਵਤਾਂ ਖਾਣੀਆਂ, ਝੂਠ ਬੋਲਣੇ, ਨਿੰਦਿਆ ਕਰਨੀ, ਪਰਗਮਨ ਕਰਨਾ, ਜਾਂ ਮੁਰਦਾਰ ਦੇ ਵਿੱਚ ਕੁੱਠਾ ਲੈ ਲਓ, ਝਟਕਾ ਲੈ ਲਓ, ਜਾਂ ਹਲਾਲ ਲੈ ਲਓ। ਹੁਣ ਉਹ ਮੁਰਦਾਰ ਦੀ ਵੀ ਆਗਿਆ ਦੇਤੀ। ਹੁਣ ਅਜੇ ਹੋਰ ਗੁਰਦੁਆਰੇ ਵੀ ਬਣਨ ਵਾਲੇ ਆ। ਇੱਕ ਉਹ ਗੁਰਦੁਆਰੇ ਹੋਣਗੇ ਜਿੱਥੇ ਝਟਕੇ ਦੀ ਮਨਾਹੀ ਹੋਊ, ਇੱਕ ਉਹ ਹੋਊ ਜਿੱਥੇ ਬੱਕਰ ਮੰਡੀ ਖੁੱਲ੍ਹੀ ਹੋਇਆ ਕਰੂਗੀ। ਸਿੱਖਾਂ 'ਚ ਇੱਕ ਹੋਰ ਵਰਨ ਵੰਡ ਖੜੀ ਇਹਨਾਂ ਲੋਕਾਂ ਨੇ ਕਰ ਦਿੱਤੀ ਹੈ। 328 ਸਰੂਪ ਇਹਨਾਂ ਚੋਰੀ ਵੇਚੇ ਨੇ, ਅਕਾਲ ਤਖਤ ਸਾਹਿਬ ਇਹਨਾਂ ਢਵਾਇਆ ਆ,
ਔਰ GSTਆਂ ਗੁਰਦੁਆਰੇ ਤੇ ਇਹਨਾਂ ਨੇ ਲਵਾਈਆਂ ਨੇ। ਇਤਿਹਾਸ ਇਹਨਾਂ ਨੇ ਬਦਲਿਆ ਆ। ਅੱਤਵਾਦੀ ਵੱਖਵਾਦੀ ਗੁਰੂ ਸਾਹਿਬਾਂ ਨੂੰ ਇਹਨਾਂ ਦੀਆਂ ਕਿਤਾਬਾਂ 'ਚ ਲਿਖਿਆ ਆ। ਸਿੱਖ ਰਹਿਤ ਮਰਜ਼ਾਦਾ ਦੀਆਂ ਧੱਜੀਆਂ ਇਹਨਾਂ ਉਡਾਈਆਂ ਨੇ। ਸੌਦੇ ਸਾਧਾਂ ਨੂੰ ਮਾਫੀਆਂ ਅਕਾਲ ਤਖਤ ਤੇ ਇਹਨਾਂ ਦਿੱਤੀਆਂ ਨੇ। 95 ਲੱਖ ਰੁਪਈਆ ਗੋਲਕਾਂ ਦਾ ਸੌਦੇ ਸਾਧ ਤੇ ਇਹਨਾਂ ਲੋਕਾਂ ਨੇ ਲਾਇਆ ਆ। ਕਿਹੜਾ ਕੰਮ 328 ਸਰੂਪ ਇਹਨਾਂ ਨੇ ਚੋਰੀ ਵੇਚੇ ਨੇ। ਬੜੀ ਲੰਮੀ ਲਿਸਟ ਇਹਨਾਂ ਦੀ। ਅਤੇ ਨਰੈਣੂ ਮਹੰਤ ਦੀ ਰੂਹ ਵੀ ਕੰਬਦੀ ਹੋਣੀ ਆ ਵੀ ਮੇਰੀ ਤੁਲਨਾ ਇਹਨਾਂ ਨਾਲ ਨਾ ਕਰੋ, ਇਹ ਤਾਂ ਸਾਡੀ ਪੁਸ਼ਤਾਂ ਨੂੰ ਮਾਤ ਪਾ ਗਏ। ਸੋ ਭਾਈ ਸਾਹਿਬ, ਇੱਕ ਸਵਾਲ ਹੋਰ ਹੈ। ਮੈਂ ਪਾਵਨ ਗੁਰਬਾਣੀ ਦਾ ਉਚਾਰਨ ਇਸ ਕਰਕੇ ਨਹੀਂ ਕਰਦਾ ਕਿਤੇ ਕੋਈ ਗਲਤੀ ਨਾ ਹੋ ਜਾਵੇ। ਫਿਰ ਵੀ ਤੀਜੇ ਪਾਤਸ਼ਾਹ ਦਾ ਇੱਕ ਸਲੋਕ ਹੈ ਕਿ ਸਰਵਣੋ ਮੇਰਿਓ ਸਾਚੇ ਸੋਨੇ ਨੂੰ ਪਠਾਏ, ਸੁਣੋ ਸਤ ਬਾਣੀ, ਬਾਣੀ ਤਾਂ ਸੁਣੋ ਗੁਰੂ ਕੇਰੀ, ਬਾਣੀ ਅਸਿਰ ਬਾਣੀ। ਸੰਗਤ ਕਹਿੰਦੀ ਆ ਕਿ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਗੁਰਬਾਣੀ ਦਾ ਪ੍ਰਚਾਰ ਸੁਣ ਲਈ, ਤੁਹਾਨੂੰ ਕਥਾ ਸੁਣ ਲਈ ਬੁਲਾਇਆ ਜਾਂਦਾ, ਤੇ ਤੁਸੀਂ ਉਹ ਇੱਕ 98 ਸਾਲ ਦਾ ਬਜ਼ੁਰਗ ਹੈ ਪ੍ਰਕਾਸ਼ ਸਿੰਘ ਬਾਦਲ, ਉਹਦਾ ਰੋਣਾ ਲੈ ਕੇ ਬਹਿ ਜਾਂਦੇ ਹੋ, ਜਿਹੜਾ ਖੁਦ ਆਪਣੇ ਆਪ ਤੇ ਪਛਤਾਉਂਦਾ ਹੋਣਾ ਕਿ ਇੰਨਾ ਸਮਾਂ ਜਿਹੜਾ ਆ ਸਿੱਖ ਕੌਮ ਨਾਲ ਘਾਣ ਕੀਤਾ। ਸਾਨੂੰ ਗੁਰਬਾਣੀ ਦਾ ਪ੍ਰਚਾਰ ਚਾਹੀਦਾ ਹੈ, ਸਿੱਖ ਇਤਿਹਾਸ ਦੀ ਕਥਾ ਚਾਹੀਦੀ ਹੈ, ਨਾ ਕਿ ਇਹਨਾਂ ਲੋਕਾਂ ਦੀਆਂ ਗੱਲਾਂ ਬਾਤਾਂ, ਇਹਨਾਂ ਦੀ ਇਲਜ਼ਾਮ ਸਾਜੀ ਜਾਂ ਦੂਸ਼ਣਬਾਜ਼ੀ ਚਾਹੀਦੀ ਹੈ। ਫਿਰ ਤਾਂ ਤੁਸੀਂ ਸਾਰੀ ਗੁਰਬਾਣੀ ਨੂੰ ਦੂਸ਼ਣਬਾਜ਼ੀ ਦੱਸੋਗੇ, ਕਿਉਂਕਿ ਗੁਰਬਾਣੀ 'ਚ ਕਿਸੇ ਦੀ ਉਮਰ ਵੇਖ ਕੇ ਗੱਲ ਨਹੀਂ ਕੀਤੀ ਜਾਂਦੀ। ਉੱਥੇ ਬਾਬੇ ਬੱਚੇ ਵੀ ਹੋ ਸਕਦੇ ਆ, ਉੱਥੇ 80 ਸਾਲ ਦੇ ਬੱਚੇ ਵੀ ਹੋ ਸਕਦੇ ਆ। ਇੱਕ 80 ਸਾਲ ਦਾ ਹੋ ਕੇ ਝਾਟਾ ਰੰਗੀ ਫਿਰਦਾ ਹੈ, ਇੱਕ 8 ਸਾਲ ਦਾ ਹੋ ਕੇ ਕਹਿੰਦਾ ਬਾਬਾ ਬੇਅੰਤ ਵੇਖਣਾ ਹੈ, ਅੰਤ ਵੇਖਿਆ ਹੈ, ਬਾਬੇ ਬੁੱਢੇ ਦਾ ਖਿਤਾਬ ਮਿਲਦਾ ਹੈ। ਇੱਥੇ ਉਮਰ ਕਰਕੇ ਨਹੀਂ, ਅਕਲ ਕਰਕੇ। ਔਰ ਗੁਰਬਾਣੀ ਅਨੁਸਾਰ ਜੇ ਬਾਬਰ ਨੂੰ ਜਾਬਰ ਕਿਹਾ ਤੇ ਫਿਰ ਤਾਂ ਤੁਹਾਨੂੰ ਉਹ ਸ਼ਬਦ ਅੱਜ ਕੱਢ ਦੇਣੇ ਪੈਣਗੇ ਵਿੱਚੋਂ, ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਗੁਰਬਾਣੀ ਅਨੁਸਾਰ ਇਹ ਗੱਲਾਂ ਸਾਹਮਣੇ ਆਉਣਗੀਆਂ ਤੁਹਾਡੇ, ਜਿੱਥੇ ਗੁਰਸਿੱਖਾਂ ਕੀ ਹਰ ਧੂੜ ਦੇ, ਮਨ ਮੁੱਖਾਂ ਨਾਲੋਂ ਟੁੱਟੀ ਭਲੀ, ਸੰਤਾਂ ਕੋ ਮਤ ਕੋਈ ਨਿੰਦੋ, ਬਨਾਰਸ ਕੇ ਠੱਗ। ਇਹ ਸਾਰਾ ਕੁਝ ਗੁਰਬਾਣੀ ਨੇ ਸਾਨੂੰ ਦਿੱਤਾ ਹੋਇਆ ਭਾਈ। ਇੱਥੇ ਮਸਲਾ 80 ਸਾਲ ਦੇ ਬੰਦੇ ਦਾ ਨਹੀਂ, ਇੱਥੇ ਮਸਲਾ ਬੁਰਾਈ ਤੇ ਚੰਗਿਆਈ ਦਾ ਹੈ, ਸੱਚ ਤੇ ਝੂਠ ਦਾ ਹੈ। ਉਹ ਤਰਾਜੂ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫੜਿਆ ਹੋਇਆ ਆ ਤੇ ਸਿੱਖ ਨੂੰ ਫੜਾਇਆ ਆ। ਅਸੀਂ ਕਿਸੇ ਬੰਦੇ ਦੇ ਖਿਲਾਫ ਨਹੀਂ ਆ। ਸਿਸਟਮ ਜਿਹੜਾ ਮਾੜਾ ਸਾਡੇ ਘਰ 'ਚ ਘਰ ਕਰ ਗਿਆ ਆ, ਉਹਦੇ ਲਈ ਜ਼ਿੰਮੇਵਾਰ ਬਾਦਲ ਹੈ ਤੇ ਉਹਦਾ ਨਾਂ ਲਿਆ ਜਾਂਦਾ ਹੈ। ਇਤਿਹਾਸ ਵਿੱਚ ਵੀ ਲਿਆ ਜਾਣਾ। ਕਿੱਥੋਂ ਕਿੱਥੋਂ ਖਤਮ ਕਰੋਗੇ ਤੁਸੀਂ? ਜੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜਾਂਦਾ ਤੇ ਔਰੰਗਜ਼ੇਬ ਵੀ ਲਿਖਿਆ ਜਾਣਾ। ਹੁਣ ਜਿਹੜੇ ਢਾਡੀ ਸਿੰਘ ਨੇ ਜਿੱਥੇ ਇਤਿਹਾਸ ਸੁਣਾਉਂਦੇ ਆ, ਉਹ ਜਾ ਕੇ ਔਰੰਗਿਆਂ ਦੀਆਂ ਗੱਲਾਂ, ਜਹਾਂਗੀਰਾਂ ਦੀਆਂ ਗੱਲਾਂ, ਜਕਰੀਆਂ ਦੀਆਂ ਗੱਲਾਂ, ਵਜੀਦਿਆਂ ਦੀਆਂ ਗੱਲਾਂ, ਤੁਸੀਂ ਕਹੋਗੇ ਅਸੀਂ ਤਾਂ ਪ੍ਰਚਾਰ ਸੁਣਨਾ ਹੀ, ਤੁਸੀਂ ਵਜੀਦਿਆਂ ਦੀਆਂ ਗੱਲਾਂ ਸ਼ੁਰੂ ਕਰਕੇ ਬਹਿ ਗਏ। ਫਿਰ ਜਦੋਂ ਇਹ ਲਾਣਾ ਬਾਦਲ ਕਾ ਇੱਥੇ ਆ ਕੇ ਕਹਿੰਦਾ ਜੀ ਇੰਦਰਾ ਗਾਂਧੀ ਨੇ ਅਟੈਕ ਕਰਾਤਾ, ਇੰਦਰਾ ਗਾਂਧੀ ਨੇ ਅਟੈਕ ਕੀਤਾ, ਤੁਸੀਂ ਕਰਾਇਆ, ਉਦੋਂ ਇਹ ਕਥਾ ਇਤਿਹਾਸ ਦੀ ਹੁੰਦੀ ਹੈ। ਤੇ ਜਦੋਂ ਇਹਨਾਂ ਦੇ ਕਥਾਵਾਚਕ ਮੰਜੀ ਸਾਹਿਬ ਬਹਿ ਕੇ ਸਾਡੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਅਸੀਂ ਦਿਸ ਰਹੇ ਹਾਂ, ਉਹਨਾਂ ਨੂੰ ਇਤਿਹਾਸ ਕਿਉਂ ਨਹੀਂ ਦਿਸਦਾ? ਫਿਰ ਸੱਚਾਈ ਦੀ ਗੱਲ ਕਰਨ ਉੱਥੇ। ਮਰਿਆਦਾ ਦੇ ਅਨੁਸਾਰ ਠੀਕ ਹੈ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਬਾਰੇ ਗੱਲ ਕਰਨੀ ਕਿ ਨਰੈਣੂ ਮਹੰਤ ਨੇ, ਜਾਂ ਇਹਨਾਂ ਦੇ ਫਰਜ਼ੰਦ ਬਾਰੇ ਗੱਲ ਕਰਨੀ, ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਜਦੋਂ ਤੁਹਾਡੀ ਕੀਰਤਨ ਕਰਨ ਦੀ ਡਿਊਟੀ ਹੈ। ਮਹਾਰਾਜ ਜੀ ਦੀ ਹਜ਼ੂਰੀ ਵਿੱਚ ਮੈਂ ਫਿਰ ਬੇਨਤੀ ਕਰਦੇ ਹਾਂ, ਉੱਥੇ ਸੱਚਾਈ ਤੇ ਬੁਰਾਈ ਦੀ ਗੱਲ ਹੋਣੀ ਹੈ, ਚੰਗਿਆਈ ਦੀ। ਉਹ ਸ਼ੀਸ਼ਾ ਹੈ, ਉਹ ਤਾਂ ਹਰ ਇੱਕ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਿਖਾਇਆ ਹੋਇਆ। ਤੇ ਜੇ ਤੁਸੀਂ ਕਹੋਗੇ ਕਿ ਬਲਦੇਵ ਸਿੰਘ ਵਡਾਲਾ ਉੱਥੇ ਗੱਲ ਕਰ ਰਿਹਾ ਹੈ, ਤੇ ਭਾਈ ਲਛਮਣ ਸਿੰਘ ਜੀ ਧਾਰੋਵਾਲੀ, ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਸਾਰਿਆਂ ਨੇ ਨਾਕੇ ਲਾ ਲਾ ਕੇ ਪ੍ਰਿਥੀ ਚੰਦਾਂ ਦਾ ਵਿਰੋਧ ਕੀਤਾ। ਔਰ ਵਾਰਾਂ ਲਿਖੀਆਂ ਮੀਣਿਆਂ ਦੀਆਂ, ਵਿਣ ਗੁਣ ਗੁਰੂ ਸਦਾਏ ਦੇ ਓਏ ਖੋਟੇ ਮੱਠੇ, ਇਹ ਸਾਰਾ ਕੁਝ ਸਾਡੇ ਇਤਿਹਾਸ ਵਿੱਚ ਲਿਖਿਆ ਹੋਇਆ ਆ। ਗੁਰੂ ਦੀ ਹਜ਼ੂਰੀ ਉਹ ਪਲੇਟਫਾਰਮ ਹੈ ਜਿਹੜਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦਾ ਹੈ। ਇਹ ਰਾਜਨੀਤੀ ਅਖਾੜਾ ਨਹੀਂ ਜਿੱਥੇ ਭੇਡੂ ਤੇ ਸ਼ੇਰਾਂ ਦੀ ਗਿਣਤੀ ਵੋਟ ਕਰਕੇ ਹੋ ਜਾਂਦੀ ਹੈ, ਉਹ ਨਹੀਂ ਆ। ਇੱਥੇ ਸਿਲੈਕਸ਼ਨ ਹੋਇਆ ਕਰਦੇ ਨੇ, ਔਰ ਇੱਥੇ ਸੱਚਾਈ ਤੇ ਝੂਠ ਦੀ ਗੱਲ ਤੁਰਦੀ ਹੈ। ਤੇ ਜਿਸ ਗੁਰਦੁਆਰੇ ਦੀ ਇਹ ਗੱਲ ਕਰਦੇ ਨੇ ਗੁਰੂ ਗ੍ਰੰਥ ਗੁਰੂ ਪੰਥ, ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਦਲ ਕੇ ਚੋਰੀ ਵੇਚ ਕੇ ਖਾ ਜਾਣ, ਅਸੀਂ ਗੱਲ ਵੀ ਨਾ ਕਰੀਏ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਰਾ ਸਮੁੱਚਾ ਅਮਲਾ, ਹੁਕਮ ਆਉਂਦਾ ਵੀ ਹੈ, ਹੁਕਮ ਵਜਾਉਂਦੇ ਵੀ ਨੇ, ਲਾਗੂ ਵੀ ਕਰਦੇ ਨੇ। ਸਾਰਾ ਫਿਰ ਅਮਲਾ ਹੀ ਨਰੈਣੂ ਮਹੰਤ ਦੀ ਜੇ ਕਹਿ ਲਈਏ, ਤੁਸੀਂ ਕਹਿੰਦੇ ਉਹਦੇ ਨਾਲ ਕੰਪੇਅਰ ਕਰਦੇ ਹੋ, ਸਾਰੇ ਸੇਮ ਹੀ ਨੇ। ਵੀਰ ਜੀ, ਜਿਹੜਾ ਬੰਦਾ ਨਰੈਣੂ ਸੋਚ ਦੀ ਗੁਲਾਮੀ ਕਰਦਾ ਉਹ ਨਰੈਣੂ ਹੀ ਗਿਣਿਆ ਜਾਣਾ।
ਸੋਚ ਨਰੈਣੂ ਚੱਲ ਰਹੀ ਹੈ, ਉਹਦੀ ਗੁਲਾਮੀ ਕਰੀ ਜਾਣੀ। ਇੱਕ ਨੌਕਰੀ ਦੀ ਖਾਤਰ ਗੁਰੂ ਵੇਚਦਾ ਯਾਰ। ਉਹ ਕਹਿ ਰਿਹਾ ਮੈਂ ਬੜਾ ਸੱਚਾ ਹੈ ਪਰ ਮੈਂ ਗੁਰੂ ਲਈ ਬੋਲ ਨਹੀਂ ਸਕਦਾ। ਇਹੋ ਜੀ ਸੱਚਾਈ ਨੂੰ ਤੁਸੀਂ ਰਗੜ ਕੇ ਗੋਡੇ ਤੇ ਲਾਉਣਾ ਹੈ। ਬਿਲਕੁਲ ਇਹ ਨਾ ਮੈਨੂੰ ਇੱਕ ਮੈਸੇਜ ਆ ਰਿਹਾ ਘੁੰਮਦਾ ਘਮਾਉਂਦਾ, ਕਹਿੰਦੇ ਭਾਈ ਵਡਾਲਾ ਸਾਹਿਬ ਪੱਖਪਾਤ ਕਰਦੇ ਨੇ ਕਿ ਗੁਰਭੇਜ ਸਿੰਘ ਰਾਗੀ ਤੁਹਾਡਾ ਭਰਾ ਹੈ, ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ, ਸੁਖਦੇਵ ਸਿੰਘ ਰਾਗੀ ਭਰਾ ਹੈ, ਸੁਖਜਿੰਦਰ ਸਿੰਘ ਰਾਗੀ ਅਜੀਜਾ ਜੀ ਲੱਗਦੇ ਨੇ, ਅੱਗੇ ਅਜੀਜਾ ਜੀ ਦਾ ਭਰਾ ਗਿਆਪਾਲ ਸਿੰਘ, ਸਿਮਰਨ ਸਿੰਘ, ਜੋਗਿੰਦਰ ਸਿੰਘ ਰਾਗੀ ਇਹ ਵੀ ਤੁਹਾਡੇ ਬ੍ਰਦਰ ਇਨ ਲਾ ਲੱਗਦੇ ਨੇ, ਫਿਰ ਜੋਗਾ ਸਿੰਘ, ਇਹ ਸਾਰੇ ਡਿਊਟੀ ਕਰਦੇ ਪਏ ਨੇ ਤੇ ਇਹ ਤੁਹਾਡਾ ਕਿਉਂ ਨਹੀਂ ਸਮਰਥਨ ਕਰਦੇ? ਜੇ ਨਹੀਂ ਕਰਦੇ ਕੀ ਇਹ ਵੀ ਨਰੈਣੂ ਮੰਤੀ ਨੇ ਸਾਰੇ? ਨਹੀਂ, ਮੇਰਾ ਸਮਰਥਨ ਕਰਦੇ ਨੇ ਤੇ ਮੈਂ ਇੱਥੇ ਖੜਾ ਹਾਂ। ਮੇਰਾ ਸਮਰਥਨ ਕਰਦੇ ਨੇ ਤੇ ਮੈਂ ਬੋਲਦਾ ਹਾਂ। ਔਰ ਜਿਨ੍ਹਾਂ ਲੋਕਾਂ ਨੇ ਇਹ ਲਿਸਟ ਬਣਾਈ ਹੈ ਉਹਨਾਂ ਨੂੰ ਇਹ ਵੀ ਕਹਿ ਦਿਓ ਕਿ ਜੇ ਵਾਕਈ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ ਨਾ, ਨੌਕਰੀ ਕੋਈ ਵੀ ਕਰ ਸਕਦਾ ਹੈ, ਕਰੀ ਜਾਣ, ਕੋਈ ਦਿੱਕਤ ਨਹੀਂ। ਗੁਰੂ ਗ੍ਰੰਥ ਤੇ ਗੁਰੂ ਪੰਥ ਲਈ ਜਦੋਂ ਤੁਸੀਂ ਚੁੱਪ ਧਾਰਨ ਕਰਦੇ ਹੋ ਤੇ ਤੁਸੀਂ ਉਸੇ ਕਟਹਿਰੇ 'ਚ ਖੜੇ ਹੋਵੋਗੇ। ਔਰ ਤੁਸੀਂ ਮੇਰੀ ਤੇ 5 ਬੰਦਿਆਂ ਦੀ ਲਿਸਟ ਬਣਾਤੀ। ਆ ਜਿਹੜੇ 250 ਲੱਗੇ ਹੋਏ ਆ, ਇਹ ਫਲਾਣੇ ਜਥੇਦਾਰ ਦੇ, ਫਲਾਣੇ ਪ੍ਰਧਾਨ ਦੇ, ਫਲਾਣੇ ਸਕੱਤਰ ਦੇ, ਨੌਂ ਵੀ ਲੱਗੀ, ਧੀ ਵੀ ਲੱਗੀ, ਜਵਾਈ ਵੀ ਲੱਗਾ, ਪੁੱਤ ਵੀ ਲੱਗਾ, ਦੋਤਰਾ ਵੀ ਲੱਗਾ, ਪੋਤਰਾ ਵੀ ਲੱਗਾ, ਭਤੀਜਾ ਵੀ ਲੱਗਾ, ਭਾਣਜਾ ਵੀ ਲੱਗਾ, ਭਰਾ ਵੀ ਲੱਗਾ, ਭੈਣ ਵੀ ਲੱਗੀ ਆ। ਉੱਥੇ ਇਹਨਾਂ ਦੀ ਚੁੱਪ ਕਿਉਂ? ਜੇ ਸਾਰੇ ਉਹ ਤੇ ਆਪਾਂ ਕਹਿਤਾ ਨਾ ਨਰੈਣੂ ਮੰਤ ਨੇ, ਉਹਨਾਂ ਨੂੰ ਤੇ ਆਪਾਂ ਇਹ ਕਿਤਾਬ ਦੇ ਦਿੱਤਾ, ਉਹ ਤੇ ਸਾਡੇ 'ਚ ਰਲੇ ਹੀ ਨਾ। ਤੁਸੀਂ ਹੁਣੇ ਕਿਹਾ ਕਿ ਆਪਾਂ ਗੋਡੇ ਤੇ ਰਗੜ ਕੇ ਲਾਉਣਾ ਹੈ ਕਿ ਉਹਨਾਂ ਦੀਆਂ ਤਨਖਾਹਾਂ ਲੈ ਕੇ ਕੰਮ ਕਰੀ ਜਾਈਏ, ਫਿਰ ਆਪਣੇ ਬੰਦੇ ਆ ਉਹ ਬਾਈਕਾਟ ਕਿਉਂ ਨਹੀਂ ਕਰ ਦਿੰਦੇ ਕਿ ਇੱਕ ਪਾਸੇ ਨਰੈਣੂ ਮੰਤ ਨੇ, ਇੱਕ ਪਾਸੇ ਤੁਸੀਂ ਸੱਚ ਦਾ ਹੋਕਾ ਦੇਣ ਦੇ? ਬਾਈਕਾਟ ਬਿਲਕੁਲ ਜੀ, ਮੇਰਾ ਸਾਥ ਦਿੰਦੇ ਨੇ, ਨਾਲ ਖੜੇ ਆ, ਕਿਤੇ ਭੱਜੇ ਨਹੀਂ ਜਾਂ ਕੋਈ ਗੱਲ ਨਹੀਂ ਆ। ਇੱਕ ਪਾਸੇ ਉਹਨਾਂ ਦਾ ਵੀ ਹੁਕਮ ਵਜਾਉਣਾ, ਕਿਹਨਾਂ ਦਾ? ਸ਼੍ਰੋਮਣੀ ਕਮੇਟੀ ਦਾ। ਨਹੀਂ, ਹੁਕਮ ਵਜਾਉਣਾ ਇਹ ਨਹੀਂ ਵੀ ਇਹਨਾਂ ਕਿੱਥੇ ਲਿਖਿਆ ਵਾ ਕਿ ਸਾਰੇ ਮੁਲਾਜ਼ਮਾਂ ਨੂੰ ਇਹ ਆਰਡਰ ਕੱਢੇ ਹੋਣ ਕਿ 328 ਸਰੂਪਾਂ ਲਈ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਕਿ ਨਹੀਂ ਜ਼ਿੰਮੇਵਾਰ। ਉਹਦੇ 'ਚ ਜੇ ਕਿਤੇ ਦਸਤਖਤ ਉਹਨਾਂ ਨੇ ਕਰ ਦਿੱਤੇ ਨੇ ਵੀ ਨਹੀਂ, ਤਾਂ ਫਿਰ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਵੀ ਬਾਕੀਆਂ ਨੇ ਲਿਖ ਦਿੱਤੇ ਵੀ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਨਹੀਂ। ਤਾਂ ਕੀਤਾ ਕਿ ਤਨਖਾਹ ਵੀ ਉਸੇ ਗੋਲ ਕਚਾਉਂਦੀ ਹੈ, ਉਸੇ ਪ੍ਰਬੰਧ ਹੇਠ ਹੀ ਚੱਲਦਾ ਹੈ। ਆਪਾਂ ਕਹਿੰਦੇ ਆ ਕਿ ਵੇਚ ਕੇ ਖਾਈ ਜਾ ਰਹੇ ਨੇ, ਇਹ ਉਹਦੀ ਦੁਰਵਰਤੋਂ ਕਰ ਰਹੇ ਨੇ। ਤੇ ਫਿਰ ਜਿਹੜੇ ਬੰਦਿਆਂ ਨੂੰ ਆਪਣਿਆਂ ਨੂੰ ਤਨਖਾਹ ਦੇ ਰਹੇ ਕਿ ਉਹ ਵੀ ਦੁਰਵਰਤੋਂ 'ਚ ਨਹੀਂ ਆਉਂਦਾ। ਦੁਰਵਰਤੋਂ ਮੈਂ ਫਿਰ ਬੇਨਤੀ ਕਰਦੇ ਹਾਂ ਵੀ ਜੇ ਤਾਂ ਤੁਸੀਂ 328 ਸਰੂਪਾਂ ਦੀ ਗੱਲ ਕਰਦੇ ਹੋ, ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹੋ, ਗੁਰੂ ਦੀ ਗੋਲਕ ਦੀ ਗੱਲ ਕਰਦੇ ਹੋ, ਗੁਰੂ ਕੀਆਂ ਜ਼ਮੀਨਾਂ ਦੀ ਗੱਲ ਕਰਦੇ ਹੋ, ਜੇ ਤੇ ਕਿਤੇ ਇਸ ਤਰ੍ਹਾਂ ਦਾ ਕੋਈ ਸੰਵਿਧਾਨ ਬਣਾ ਕੇ ਆਰਡਰ ਨਿਕਲੇ ਨੇ ਵੀ ਇੱਥੇ ਦੱਸੋ ਕਿ ਵਾਕਈ ਸ਼੍ਰੋਮਣੀ ਕਮੇਟੀ ਤੇ ਲਾਣਾ ਜ਼ਿੰਮੇਵਾਰ ਆ, ਜੈਸ ਜਾਂ ਨੋ ਜਵਾਬ ਦਿਓ। ਤੇ ਉੱਥੇ ਉਹ ਬੰਦੇ ਆ ਕੇ ਕਹਿ ਦੇਣ ਵੀ ਅਸੀਂ ਸ਼੍ਰੋਮਣੀ ਕਮੇਟੀ ਨਾਲ ਖੜੇ ਆ, ਵਡਾਲਾ ਝੂਠ ਬੋਲਦਾ ਹੈ, ਫਿਰ ਤੁਸੀਂ ਮੈਨੂੰ ਕਹਿ ਸਕਦੇ। ਮੈਂ ਤਾਂ ਤੁਹਾਡੇ ਤੇ ਸਵਾਲ ਕੀਤਾ, ਮੇਰਾ ਨਿੱਜੀ ਨਹੀਂਗਾ, ਸੰਗਤ ਦਾ ਸਵਾਲ ਹੈ ਕਿ ਜੇ ਤੁਹਾਡਾ ਕੋਈ ਵਿਰੋਧੀ ਸ਼੍ਰੋਮਣੀ ਕਮੇਟੀ 'ਚ ਮੁਲਾਜ਼ਮ ਹੈ, ਉਹ ਨਰੈਣੂ ਮੰਤ ਦੀ ਔਲਾਦ ਹੈ, ਜੇ ਕੋਈ ਆਪਣਾ ਰਿਸ਼ਤੇਦਾਰ ਹੈ ਤੇ ਆਪਾਂ ਉੱਤੇ ਜਿਹੜਾ ਆ ਦੋਹਰਾ ਮਾਪਦੰਡ ਰੱਖਦੇ ਹੋ ਕੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿੱਠ ਦਿਓ ਉਹ ਵੀ ਨਰੈਣੂ ਮਹੰਤਾਂ 'ਚ ਹੀ ਗਿਣਿਆ ਜਾਊ, ਨਾ ਕਿ ਉਹ ਮੇਰਾ ਭਾਈ ਗਿਣਿਆ ਜਾਊ। ਮੰਨ ਲਈਏ ਉਹਨਾਂ ਨੂੰ ਕਿ ਸਾਰੇ ਇਹਨਾਂ ਦੇ ਹੀ ਨੇ ਜਿੰਨਾ ਬਿਲਕੁਲ ਜੀ, ਜਿਹੜਾ ਪਿੱਠ ਦਿੰਦਾ ਮੇਰਾ ਕੁਝ ਨਹੀਂ ਲੱਗਦਾ, ਕਿਉਂਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਸਾਨੂੰ ਕੁਝ ਪਿਆਰਾ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਚੰਦ ਨੂੰ ਵੀ ਲਾਂਭੇ ਕਰ ਦਿੱਤਾ, ਬਾਬੇ ਲਹਿਣੇ ਦੀ ਚੋਣ ਕੀਤੀ। ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਪੰਥ ਦੀ ਸਾਜਣਾ ਕੀਤੀ, ਆਖਿਆ ਸਿਰ ਮੰਗਣਾ ਹੈ, ਅਜੀਤ ਸਿੰਘ ਸਵੇਰੇ ਉੱਠੀ ਨਾ। ਪਿਤਾ ਜੀ ਕਿਉਂ? ਕਹਿੰਦੇ ਪੰਚਾਇਤ ਚੁਣਨੀ ਆ, ਪਰਿਵਾਰ ਚੋਂ ਨਹੀਂ, ਮੈਂ ਲੋਕਾਂ ਚੋਂ ਚੁਣਨੀ ਚਾਹੁੰਦਾ। ਉਸ ਗੁਰੂ ਦੇ ਅਸੀਂ ਵਾਰਸਾਂ ਤੇ ਇਹ ਤੁਸੀਂ ਅਜਮਾ ਕੇ ਵੇਖ ਲਿਓ ਵੀ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਪਿੱਠ ਦੇਣ ਵਾਲੇ ਸਾਡੇ ਕੁਛ ਨਹੀਂ ਹੋਣਗੇ। ਭਾਈ ਸਾਹਿਬ ਅਖੀਰ ਤੇ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਪਰਿਵਾਰ ਦੇ 5 ਮੈਂਬਰ 6 ਸ਼੍ਰੋਮਣੀ ਕਮੇਟੀ ਡਿਊਟੀ ਕਰਦੇ ਪਏ ਆ, ਇਹਨਾਂ ਨੂੰ ਕਦੀ ਇਹਨਾਂ ਤਿੱਖਾ ਹੁਕਮ ਕੀਤਾ ਜੇ ਕਿ ਜਾਂ ਮੇਰੇ ਨਾਲ ਤੁਰ ਪਾਓ ਜਾਂ ਫਿਰ ਆਪਣਾ ਇੱਕ ਦੂਜੇ ਦਾ ਬਾਈਕਾਟ, ਰਾਹ ਵੱਖਰੇ ਵੱਖਰੇ ਨੇ? ਇਹ ਤੁਸੀਂ ਉਹਨਾਂ ਨੂੰ ਹੀ ਪੁੱਛ ਲਿਓ। ਤੁਹਾਡਾ ਕੀ ਫੈਸਲਾ? ਮੇਰਾ ਫੈਸਲਾ ਮੈਂ ਤੁਹਾਨੂੰ ਸੁਣਾਤਾ ਹੈ ਵੀ ਗੁਰੂ ਗ੍ਰੰਥ ਤੇ ਗੁਰੂ ਪੰਥ ਮੇਰਾ ਹੈ, ਜਿਹੜਾ ਇਹਨੂੰ ਪਿੱਠ ਦਿੰਦਾ ਉਹ ਸਾਡਾ ਨਹੀਂ। ਹੁਣ ਇਹ ਮੋਰਚੇ ਤੋਂ ਬਾਅਦ ਕੀ ਰਣਨੀਤੀ ਅਗਲੀ, ਜਿਹੜਾ ਇਹ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਕਹਿੰਦੇ ਹੋ ਕਿ ਨਰੈਣੂ ਮੰਤ ਦੇ ਕਬਜ਼ੇ ਚੋਂ ਆਜ਼ਾਦ ਕਰਾਉਣਾ? ਜੀ, ਅਗਲੀ ਰਣਨੀਤੀ ਸਾਡੀ ਜਿਹੜੀ ਆ ਉਹ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨਨੇ 328 ਸਰੂਪ ਬਾਦਲ ਕਿਆਂ ਨੇ ਕਾਬਜ਼ ਚੋਰੀ ਵੇਚੇ ਨੇ, ਹੋਰ ਜਿੰਨੇ ਸਾਡੇ ਨੁਕਸਾਨ ਕੀਤੇ ਨੇ, ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਕਾਰਵਾਈ ਨਾ ਕਰਨੀ, ਅਦਾਲਤਾਂ ਵੱਲੋਂ ਸਵਾਏ ਤਰੀਕਾਂ ਤੋਂ ਕੁਝ ਨਾ ਦੇਣਾ, ਇਹਦਾ ਸਾਰਿਆਂ ਦਾ ਸਦੀਵੀ ਹੱਲ ਇੱਕ ਹੀ ਹੈ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਸਿੱਖ ਜਿਹੜੇ ਨੇ ਉਹ ਆਪ ਲਾਮਬੰਦ ਹੋਣ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਅੱਗੇ ਆਉਣ ਔਰ ਧਿਆਨ ਇਸ ਗੱਲ ਦਾ ਰੱਖਣ, ਇੱਕ ਬੰਦਾ 2 ਪਾਸਪੋਰਟ ਨਹੀਂ ਬਣਾ ਸਕਦਾ, 2 ਆਧਾਰ ਕਾਰਡ ਨਹੀਂ ਬਣਾ ਸਕਦਾ, 2 ਵੋਟਰ ਕਾਰਡ ਨਹੀਂ ਬਣਾ ਸਕਦਾ। ਇਹ ਲੋਕ ਕਿਵੇਂ 2 ਪਛਾਣਾਂ ਬਣਾ ਕੇ ਲੜ ਰਹੇ ਨੇ, ਧਾਰਮਿਕ ਵੀ ਤੇ ਸਿਆਸੀ ਵੀ। ਇਹ ਦੋਵੇਂ ਜਿਹੜੇ ਨੇ ਆਇਡੈਂਟੀ ਉਹ ਬਣਾ ਲਈ ਇਹਨਾਂ ਨੇ, ਬਾਦਲ ਕਿਹਾ ਨੇ, ਧਾਰਮਿਕ ਵੀ ਅਸੀਂ ਤੇ ਸਿਆਸੀ ਵੀ ਅਸੀਂ। ਇਹਨਾਂ ਦੇ ਨਾਲ ਤੁਰਨ ਵਾਲੇ ਵੀ ਉਸ ਤਰ੍ਹਾਂ ਦੇ ਹੀ ਨੇ। ਜਦੋਂ ਧਾਰਮਿਕਤਾ ਦੀ ਗੱਲ ਆਈ ਉਦੋਂ ਪੱਗ ਬੰਨ੍ਹ ਲਈ, ਜਦੋਂ ਰਾਜਨੀਤੀ ਦੀ ਆਈ ਉਦੋਂ ਭੰਗੜੇ ਪਾ ਲਏ ਕੋਟ ਪੈਂਟਾਂ ਪਾ ਕੇ, ਉਦੋਂ ਖੁਸਰੇ ਬਣ ਗਏ। ਇਹ ਕੁਛ ਇਹਨਾਂ ਦੇ ਵਿੱਚ ਉਹ ਚੱਲ ਰਿਹਾ ਆ। ਇਸ ਲਈ ਸਾਰੇ ਘਟਨਾਕ੍ਰਮ ਨੂੰ ਧਿਆਨ 'ਚ ਰੱਖਦਿਆਂ ਸਿੱਖ ਸੰਗਤ ਜੀ ਇੱਕੋ ਹੀ ਆਈਡੀ ਬਣਾਓ, ਸਾਨੂੰ ਸਿੱਖ ਹੋਣ 'ਤੇ ਮਾਣ। ਧਾਰਮਿਕ ਤੌਰ 'ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਨਾ ਹੈ ਔਰ ਰਾਜਨੀਤੀ ਤੋਂ ਵੱਖ ਕਰਨਾ ਹੈ। ਇਹ ਅਗਲੀ ਰਣਨੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ। ਸੋ ਦੋ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ। ਇੱਕ ਤੇ ਮੁਹਾਲੀ ਵਿਖੇ ਧਰਨਾ ਲਾਇਆ ਸਿੱਖ ਕਿਤਾਬਾਂ ਨੂੰ ਲੈ ਕੇ ਕਿ ਇਹਦੇ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਕਹਿੰਦੇ ਵਡਾਲਾ ਸਾਹਿਬ ਨਹੀਂ ਬੋਲਦੇ ਪਏ। ਤੁਸੀਂ ਉਹ ਮੇਰੀ ਫਿਰ ਉਹ ਸੁਣੀ ਨਹੀਂ ਹੋਣੀ ਜੀ ਵੀਡੀਓ, ਮੈਂ ਤਾਂ ਜਾ ਕੇ ਆਇਆ ਹਾਂ। ਇੱਕ ਤਾਂ ਇਹ ਕਹਿ ਰਹੇ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਇਤਿਹਾਸ ਗਲਤ ਛਾਪ ਕੇ ਵੰਡਿਆ ਗਿਆ ਉਹਦਾ ਵੀ ਵਿਰੋਧ ਕੀਤਾ ਕਿ ਜੇ ਇਹ ਮਹੰਤੀ ਇਹ ਕੰਮ ਨੂੰ ਤੁਰ ਪਏ ਨੇ ਬਾਕੀ ਕਿੱਥੋਂ ਹਟਣਗੇ। ਦੂਜਾ ਜਿਹੜਾ ਭਾਈ ਬਲਦੇਵ ਸਿੰਘ ਸਿਰਸੇ ਹੋਣਾ ਨੇ ਉਹ ਕਿਤਾਬਾਂ ਕਢਵਾਈਆਂ ਨੇ ਸਾਰੀਆਂ, ਉਹ ਬੰਦਾ ਲੜਾਈ ਲੜ ਰਿਹਾ ਜਾਂ ਉਹ ਆਵਾਜ਼ ਦੇ ਰਿਹਾ, ਉਹਦੇ ਕਾਰਨ ਸਾਡੇ ਸਾਹਮਣੇ ਸਾਰਾ ਕੁਝ ਆਇਆ ਆ। ਐਸਪੀਸੀ ਕਹਿੰਦੀ ਕਿ ਉਹ ਕਿਤਾਬਾਂ ਵਾਪਸ ਲੈ ਲਈਆਂ ਜਦੋਂ ਇਤਰਾਜ਼ ਉੱਠੇ ਸੀ, ਤਾਂ ਹੁਣ ਉਹ ਮਸਲਾ ਹੀ ਨਹੀਂ ਰਹਿ ਗਿਆ। ਮਸਲਾ ਕਿਉਂ ਨਹੀਂ ਰਹਿ ਗਿਆ ਜੀ? ਇਹ ਛਪੀਆਂ ਕਿਵੇਂ, ਸੋਧ ਕਿਹਨਾਂ ਨੇ ਕੀਤੀ, ਉਹਨਾਂ ਤੇ ਕਾਰਵਾਈ ਕੀ ਹੋਈ, ਦੋਸ਼ੀਆਂ ਨੂੰ ਸਜ਼ਾਵਾਂ ਕੀ ਦਿੱਤੀਆਂ। ਫਿਰ ਉਹ ਜਿਹੜੀ ਕਿਤਾਬ ਗਾਂ ਕੋਈ ਨਾ ਛਾਪੇ ਉਹਦੇ ਲਈ ਪੁਖਤਾ ਕਾਨੂੰਨ ਪ੍ਰਬੰਧ ਕੀ ਕੀਤੇ ਵੀ ਕੋਈ ਗਾਂ ਇਦਾਂ ਦੀ ਗਲਤੀ ਕਰਦਾ ਹੈ ਉਹਦੇ ਲਈ ਸਜ਼ਾ ਕੀ ਹੋਊ। ਇਹ ਥੋੜਾ ਵੀ ਹੁਣ ਉਹਨਾਂ ਨੇ ਉਹ ਕਿਤਾਬ ਛਾਪਤੀ, ਰੌਲਾ ਪੈ ਗਿਆ, ਚਲੋ ਜੀ ਬੰਦ ਕਰ ਦਿੰਦੇ। ਇਹ ਕੋਈ ਕਾਨੂੰਨ ਨਹੀਂ ਆ, ਕੋਈ ਨਿਆਂ ਨਹੀਂ ਆ, ਇਹ ਬੇਇਨਸਾਫੀ ਹੈ, ਕਤਲ ਹੈ। ਸੋ ਅਖੀਰ ਹੈ, ਹੁਣ ਅਖੀਰਲਾ ਸਵਾਲ ਹੈ। ਦੀਪ ਸਿੱਧੂ ਨੂੰ ਜਿਹੜਾ ਆ ਸੰਤ ਜਰਨੈਲ ਸਿੰਘ ਦਾ ਰੂਪ ਮੰਨਿਆ ਜਾ ਰਿਹਾ ਕਿ ਉਹਨਾਂ ਵਾਂਗੂ ਉਹਨਾਂ ਆਵਾਜ਼ ਬੁਲੰਦ ਕੀਤੀ ਸੀ। ਪਵਿੱਤਰ ਧਰਤੀ ਹੈ ਸਰਹੰਦ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਤੋਂ, ਉਹਨਾਂ ਨੂੰ ਕੌਮੀ ਯੋਧੇ ਦਾ, ਕੌਮੀ ਸ਼ਹੀਦ ਦਾ ਦਰਜਾ ਐਲਾਨਿਆ। ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਦੇਖੋ ਜੀ, ਜਿੱਥੇ ਤੱਕ ਕਿਸੇ ਦੀ ਕੋਈ ਸਮਾਜ ਸੇਵਾ ਹੈ ਨਾ ਉਹ ਆਪਣੀ ਜਗ੍ਹਾ ਹੈ। ਨੰਬਰ 2, ਕਿਸੇ ਦਾ ਜਵਾਨ ਪੁੱਤ ਹੋਵੇ, ਭਰਾ ਹੋਵੇ, ਪਤੀ ਹੋਵੇ, ਪਿਓ ਹੋਵੇ, ਉੱਥੇ ਹਮਦਰਦੀ ਹੈ। ਔਰ ਜਿਹੜਾ ਤੁਸੀਂ ਸੰਤ ਗਿਆਨੀ ਜਰਨੈਲ ਸਿੰਘ ਨਾਲ ਤੁਲਨਾ ਕਰਨੀ ਜਾਂ ਸ਼ਹੀਦ ਕੌਮ, ਕੌਮੀ ਸ਼ਬਦ ਵਰਤਣੇ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਕਿਉਂਕਿ ਸਿਧਾਂਤ ਆਪਣੀ ਜਗ੍ਹਾ ਹੈ, ਸ਼ਰਧਾ ਆਪਣੀ ਜਗ੍ਹਾ ਹੈ, ਭਾਵਨਾਵਾਂ ਆਪਣੀ ਜਗ੍ਹਾ ਨੇ, ਧਾਰਾਵਾਂ ਆਪਣੀ ਜਗ੍ਹਾ ਨੇ। ਧਾਰਾਵਾਂ ਲਈ ਭਾਵਨਾਵਾਂ ਬਦਲੀਆਂ ਜਾ ਸਕਦੀਆਂ ਨੇ, ਕਾਨੂੰਨ ਲਈ ਸ਼ਰਧਾ ਬਦਲੀ ਜਾ ਸਕਦੀ ਹੈ, ਪਰ ਸ਼ਰਧਾ ਵੱਟੇ ਕਾਨੂੰਨ ਨਹੀਂ ਬਦਲਿਆ ਜਾ ਸਕਦਾ। ਉਹ ਸਿੱਖੀ ਸਰੂਪ, ਸਿੱਖੀ ਸਿਧਾਂਤ ਉਹ ਜਿਉਂ ਦੇ ਤਿਉਂ ਹੀ ਰਹਿ ਸਕਦੇ ਨੇ। ਹੁਣ ਤੁਸੀਂ ਇੱਥੇ ਕਹੋਗੇ ਕਿ ਕਿਰਪਾਨਾਂ ਵਾਲੇ ਵੀ ਤੇ ਝੂਠ ਬੋਲਦੇ ਨੇ, ਤੁਹਾਡਾ ਸਵਾਲ ਹੋਊ, ਤੇ ਉੱਥੇ ਮੈਂ ਬੇਨਤੀ ਕਰਦੇ ਹਾਂ ਸਾਡੇ 'ਚ ਕੁਛ ਉਹ ਨੇ ਬਿਨਾਂ ਸਿੱਖੀ ਤੋਂ ਦਾਅਵਾ ਕਰਨ ਵਾਲੇ, ਅੰਦਰ ਹੋਣੀ ਚਾਹੀਦੀ, ਬਾਹਰ ਲੋੜ ਨਹੀਂ। ਦੂਜੇ ਬੰਨਿਓ ਏਜੰਸੀਆਂ ਨੇ ਕਿਰਪਾਨਾਂ ਵਾਲਿਆਂ ਤੋਂ ਝੂਠ ਬੁਲਵਾ ਕੇ ਇਹ ਨਕਸ਼ਾ ਪੇਸ਼ ਕੀਤਾ ਹੈ ਕਿ ਭੰਡਿਆ ਦੋਵੇਂ ਪਾਸੇ ਗੁਰੂ ਦੇ ਬਾਣੇ ਨੂੰ ਜਾਏ। ਇਸ ਨੁਕਤੇ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਹਮਦਰਦੀ ਹੈ, ਸਮਾਜ ਸੇਵਾ ਦੀ ਜਿੱਥੇ ਤੱਕ ਗੱਲ ਹੈ, ਪੰਜਾਬ ਦੀ, ਪੰਜਾਬੀਅਤ ਦੀ, ਪੰਜਾਬ ਦੀ, ਉਹ ਆਪਣੀ ਜਗ੍ਹਾ ਹੈ। ਪਰ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਦੀ ਗੱਲ ਹੈ, ਉਹ ਸੰਤ ਹੈ, ਉਹ ਜਰਨੈਲ ਹੈ, ਜਾਇਜ਼ ਨਹੀਂ ਕਿ ਉਹਨੂੰ ਯੋਧਾ ਜਾਂ ਕੌਮੀ ਸ਼ਹੀਦ ਐਲਾਨਣਾ। ਉਹ ਗਿਆਨੀ ਹੈ, ਉਹ ਖਾਲਸਾ ਹੈ। ਸੰਤ ਜਰਨੈਲ ਸਿੰਘ ਵਰਗਾ ਨਾ ਕੋਈ ਜੰਮਿਆ ਹੈ ਤੇ ਨਾ ਕੋਈ ਜੰਮਣਾ ਹੈ। 2 ਕੁ ਬੰਦੇ ਆ ਜਾਣ ਲੱਤਾਂ ਕੰਬਣ ਲੱਗ ਜਾਂਦੀਆਂ। ਨਹੀਂ, ਦੀਪ ਸਿੱਧੂ ਨੂੰ ਫਿਰ ਸ਼ਹੀਦ ਮੰਨਿਆ ਜਾਵੇ ਕਿ ਨਾ ਮੰਨਿਆ ਜਾਵੇ? ਦੀਵਾਨ ਟੋਡਰਮਲ ਜੀ ਦੇ ਹਾਲ ਤੋਂ ਐਲਾਨ ਹੋਇਆ। ਨਹੀਂ ਭਾਈ ਸਾਹਿਬ, ਸ਼ਹੀਦ ਸ਼ਬਦ ਨੂੰ ਜਿੱਥੇ ਕਿੱਥੇ ਮਰਜ਼ੀ ਨਹੀਂ ਤੁਸੀਂ ਫਿੱਟ ਕਰ ਸਕਦੇ। ਸ਼ਹੀਦ ਇੱਕ ਵੱਖਰੀ ਉਹ ਸੂਰਾ ਸੋ ਪਹਿਚਾਨੀਏ ਜਿਹੜੀ ਉਹ ਕਹਾਣੀ ਹੈ, ਉਹ ਇੱਕ ਵੱਖਰੀ ਹੈ। ਇਸ ਲਈ ਮੈਂ ਜਿੱਥੇ ਤੱਕ ਕਹਿੰਦਾ ਵੀ ਹਮਦਰਦੀ ਸਿੱਖ ਸਮਾਜ ਸੇਵਾ ਹੋਣ ਕਰਕੇ ਉਹ ਇੱਕ ਵੱਖਰਾ ਅਦਬ ਹੋ ਸਕਦਾ ਹੈ, ਪਰ ਸ਼ਹੀਦਾਂ ਦੇ ਤੁੱਲ ਉਹ ਉਹਦੇ ਨਹੀਂ, ਜਿਹੜੀ ਉਹ ਨਹੀਂ ਹੋ ਸਕਦਾ। ਸੋ ਧੰਨਵਾਦ ਹੈ ਜੀ ਗੱਲਬਾਤ ਕਰਨ ਲਈ। ਸੋ ਦੋਸਤੋ, ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨਾਲ ਗੱਲਬਾਤ ਕਰਨ ਦਾ ਇਹ ਮਕਸਦ ਸੀ ਕਿ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਿਰਾਸਤੀ ਮਾਰਗ ਦੇ ਉੱਪਰ ਜਿਹੜਾ ਮੋਰਚਾ
16 ਮਹੀਨੇ ਤੋਂ ਲਗਾਇਆ ਹੋਇਆ ਕਿ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਲਾਪਤਾ ਹੋ ਚੁੱਕੇ ਨੇ, ਸ਼੍ਰੋਮਣੀ ਕਮੇਟੀ ਤੇ ਸਮੁੱਚਾ ਲਾਣਾ ਜਿਹੜਾ ਕੋਈ ਵੀ ਇਨਸਾਫ ਦਿੰਦਾ ਨਜ਼ਰ ਨਹੀਂ ਆ ਰਿਹਾ। ਸੰਘਰਸ਼ ਜਾਰੀ ਰਹੇਗਾ ਜਿੰਨਾ ਚਿਰ ਤੱਕ ਉਹਨਾਂ ਦਾ ਕਹਿਣਾ ਹੈ ਕਿ ਇਨਸਾਫ ਕੌਮ ਨੂੰ ਨਹੀਂ ਮਿਲਦਾ। ਸੋ ਤੁਸੀਂ ਰਹਿਮਤ ਟੀਵੀ ਨਾਲ ਜੁੜੇ ਰਹਿਣਾ, ਕੋਸ਼ਿਸ਼ ਕਰਾਂਗੇ ਅਜਿਹੀਆਂ ਹੋਰ ਸਮਾਜਿਕ ਸੁਧਾਰਕ ਖਬਰਾਂ ਜਿਹੜੀਆਂ ਤੁਹਾਡੇ ਜਲਦ ਰੂਬਰੂ ਕੀਤੀਆਂ ਜਾਣ। ਸੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂ ਗੁਰਿੰਦਰ ਸਿੰਘ ਬਾਠ, ਰਹਿਮਤ ਤੇ ਸਰਕਾਬ ਟੀਵੀ।